ਸ਼ਰੇਆਮ ਕਮਰਿਆਂ ਵਿੱਚ ਵੜ ਹੁੰਦੀ है छेड़खानी। शास्त्राम जी हॉस्पिटल में हम काम करते हैं, हम सारी नर्सें हैं। ये हमारे कमरे हैं, प्राइवेट कमरे दिए गए हैं। कई दिनों से हमारे रूम में छेड़खानी करने लड़के आते हैं। कई बार हमने शिकायत भी दर्ज करवाई है, लेकिन इसका कोई कार्रवाई नहीं की गई। आए दिन हमारे साथ छेड़खानियाँ होती है, बदतमीजियाँ होती है। मेल स्टाफ हमें टॉर्चर करता है। बाथरूम विच लाए हन कैमरे। मेरे बेड के नीचे आज एक चिप मिली है जो गैर कानूनी है, एक तरह की। कैमरे लगाए जाते हैं वॉशरूम में भी, पहले कई बार कैमरे लगे हैं। 15 जुलाई की रात को मैं और ये रूममेट है शुभप्रीत, और ये रूममेट है, हम दोनों हमारे उसके अंदर कमरे में आए गए हैं। कमरे में आने के बाद रात को हमारे जब कमरे में कोई आया है, जब हमने वहाँ जांच की, उस टाइम उन्होंने बोला कि कैमरे खराब है, हम जांच नहीं कर सकते। मूँह खोलण ते हुंदी है कुटमार अते धक्केशाही। ये देखिए चिप लगाई गई है हमारे कमरों के अंदर। ऐसे गैर कानूनी काम करते हैं यहाँ पे, और हमें धमका के रखा जाता है, वरना जॉब से निकाल देंगे। चल रही है, अभी भी चल रही है। हमें धमकाएंगे, हमें मारपीट भी करने आएंगे, हमसे वीडियो भी डिलीट करवाएंगे ये गुंडे। ਇਹ ਹਾਲ ਬਲਾਤਕਾਰ ਅਤੇ ਕਤਲ ਵਰਗੇ ਸੰਗੀਨ ਮਾਮਲਿਆਂ 'ਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਸੌਦਾ ਸਾਧ ਰਾਮ ਰਹੀਮ ਦੇ ਇੱਕ ਹਸਪਤਾਲ ਦਾ ਹੈ ਅਤੇ ਹਸਪਤਾਲ ਵਿੱਚ ਕੰਮ ਕਰਦੀਆਂ ਇਹਨਾਂ ਨਰਸ ਕੁੜੀਆਂ ਨੇ ਜੋ ਕੁਝ ਹਸਪਤਾਲ ਦੇ ਅੰਦਰ ਚੱਲ ਰਿਹਾ ਹੈ ਉਸ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਸੌਦਾ ਸਾਧ ਦੇ ਜੱਦੀ ਇਲਾਕੇ ਗੰਗਾ ਨਗਰ ਰਾਜਸਥਾਨ ਸਥਿਤ ਸ਼ਾਹ ਸਤਨਾਮ ਹਸਪਤਾਲ ਦੇ ਅੰਦਰ ਦੀ ਹਕੀਕਤ ਹੁਣ ਬੇਪਰਦਾ ਹੋ ਚੁੱਕੀ ਹੈ। ਪਰ ਹੈਰਤ ਦੀ ਗੱਲ ਹੈ ਕਿ ਮਦਦ ਲਈ ਵਾਸਤੇ ਪਾ ਰਹੀਆਂ ਇਹਨਾਂ ਮਾਸੂਮ ਕੁੜੀਆਂ ਦੀ ਵੀਡੀਓ ਤਾਂ ਹਰ ਕਿਸੇ ਨੇ ਵੇਖੀ ਹੋਵੇਗੀ, ਪਰ ਮਦਦ ਲਈ ਕੋਈ ਵੀ ਅੱਗੇ ਨਹੀਂ ਆਇਆ। ਸਿਆਸੀ ਆਗੂਆਂ ਤੋਂ ਤਾਂ ਮਦਦ ਦੀ ਉਮੀਦ ਹੀ ਕੀ ਸੀ, ਕਿਸੇ ਧਾਰਮਿਕ ਤੇ ਪੰਥਕ ਆਗੂ ਨੇ ਵੀ ਇਹਨਾਂ ਧੀਆਂ ਦੀ ਫਰਿਆਦ ਨਹੀਂ ਸੁਣੀ। ਸੰਤ ਸਿਪਾਹੀ ਗਰੁੱਪ ਲੁਧਿਆਣਾ ਮੁਖੀ ਵੀਰ ਦਵਿੰਦਰ ਸਿੰਘ ਇਹਨਾਂ ਦੇ ਹੱਕ ਵਿੱਚ ਆ ਨਿਤਰੇ ਹਨ। ਉਹਨਾਂ ਨੇ ਸਰਕਾਰਾਂ ਨੂੰ ਲਾਹਣਤਾਂ ਪਾਈਆਂ ਹਨ, ਨਾਲ ਹੀ ਉਹਨਾਂ ਨੇ ਪਰਿਵਾਰਾਂ ਨੂੰ ਵੀ ਖਬਰਦਾਰ ਕੀਤਾ ਹੈ ਜੋ ਇਸ ਤਰ੍ਹਾਂ ਆਪਣੀਆਂ ਧੀਆਂ ਨੂੰ ਇਸ ਤਰ੍ਹਾਂ ਦੀਆਂ ਥਾਵਾਂ ਤੇ ਭੇਜ ਰਹੇ ਹਨ। ਐਕਸਪ੍ਰੈਸ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਇੱਕ ਵਾਰ ਫਿਰ ਤੋਂ ਹਰਜੀਤ ਗਰੇਵਾਲ ਸਵਾਗਤ ਕਰਦਾ ਹਾਂ। ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਜਿਹੜੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ, ਜਿਹੜੀ ਕਿ ਕੁਝ ਲੜਕੀਆਂ ਨੇ ਜਿਹੜੀ ਨਰਸਾਂ ਜਿਹੜੀਆਂ ਰੋ ਕੇ ਆਪਣਾ ਜਿਹੜੀ ਹਾਲ ਦੱਸ ਰਹੀਆਂ ਨੇ। ਇਹ ਜਿਹੜੀ ਵੀਡੀਓ ਹੈ ਸ਼ਾਹ ਸਤਨਾਮ ਹਸਪਤਾਲ ਦੀ ਆ, ਜਿਹੜਾ ਕਿ ਰਾਮ ਰਹੀਮ ਦੇ ਇਲਾਕੇ ਦੀ ਆ। ਇਸੇ ਮੁੱਦੇ ਤੇ ਗੱਲਬਾਤ ਕਰਨ ਨੂੰ ਤਿਆਰ ਨੇ ਸਾਡੇ ਨਾਲ ਸੰਤ ਸਿਪਾਹੀ ਗਰੁੱਪ ਦੇ ਅਹੁਦੇਦਾਰ ਭਾਈ ਦਵਿੰਦਰ ਸਿੰਘ ਜੀ, ਤੇ ਗੱਲਬਾਤ ਕਰਦੇ ਆ ਉਹਨਾਂ ਨੂੰ ਪੁੱਛਦੇ ਆ ਅਜਿਹਾ ਕੀ ਮਾਮਲਾ ਹੋ ਗਿਆ ਜਿਹੜੀਆਂ ਵੀ ਇਹ ਲੜਕੀਆਂ ਇੰਨੀਆਂ ਰੋ ਰਹੀਆਂ ਨੇ। ਗੱਲਬਾਤ ਕਰਦੇ ਆਂ ਜੀ। ਵਾਹਿਗੁਰੂ ਖਾਲਸਾ ਜੀ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਦਵਿੰਦਰ ਸਿੰਘ ਜੀ, ਤੁਸੀਂ ਉਹ ਵੀਡੀਓ ਦੇਖੀ ਹੋਣੀ ਆ ਜਿਹੜੀ ਜਿਸ ਵਿੱਚ ਕੁੜੀਆਂ ਰੋ ਕੇ ਜਿਹੜੀਆਂ ਆਪਣੀਆਂ ਹਾਲ ਦੱਸ ਰਹੀਆਂ ਨੇ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਜੀ ਵੀਰ ਜੀ, ਇਹ ਵੀਡੀਓ ਸਾਡੇ ਵੀ ਕਿਸੇ ਗਰੁੱਪ ਦੇ ਵਿੱਚ ਕਿਸੇ ਸੱਜਣ ਨੇ ਭੇਜੀ ਸੀ ਸਾਨੂੰ, ਤਾਂ ਮੈਂ ਵੀਡੀਓ ਅਜੇ ਅੱਧੀ ਦੇਖੀ ਤਾਂ ਮੇਰੇ ਕੋਲ ਰਿਹਾ ਨਹੀਂ ਗਿਆ, ਤੇ ਮੈਂ ਉਸੇ ਵੇਲੇ ਜੋ ਮੇਰੇ ਦਿਮਾਗ ਨੇ ਸੋਚਿਆ ਕਿ ਮੈਂ ਦਾਦੂਵਾਲ ਸਾਹਿਬ ਨੂੰ ਗੱਲ ਕਰਾਂ, ਕਿਉਂਕਿ ਉਹ ਉੱਧਰ ਦੇ ਹੁਣ ਅੱਜ ਕੱਲ੍ਹ ਜਥੇਦਾਰ ਬਣੇ ਹੋਏ ਨੇ ਅਤੇ ਨੇੜੇ ਨੇ, ਉਹ ਜਾਣਦੇ ਹੋਣਗੇ ਜ਼ਰੂਰ ਉਹ। ਅਤੇ ਜਦੋਂ ਮੈਂ ਦਾਦੂਵਾਲ ਸਾਹਿਬ ਨਾਲ ਗੱਲ ਕੀਤੀ ਤਾਂ ਉਹ ਫੋਨ ਜਦੋਂ ਉਹਨਾਂ ਨੂੰ ਕੀਤਾ ਤਾਂ ਉਹਨਾਂ ਦੇ ਕਿਸੇ ਚੱਕਿਆ ਵਾ ਮਤਲਬ ਸੇਵਾਦਾਰ ਨੇ, ਅਤੇ ਕਹਿੰਦੇ ਅਸੀਂ ਦਿੱਲੀ ਦੇ ਵਿੱਚ ਅਸੀਂ ਇਲਾਜ ਕਰਵਾ ਰਹੇ ਹਾਂ ਕਰੋਨਾ ਦੇ। ਅਤੇ ਮੈਂ ਕਿਹਾ ਬ੍ਰਦਰ ਗੱਲ ਇਸ ਤਰ੍ਹਾਂ ਵਾ ਕਿ ਇਹ ਜਿਹੜੀ ਚੀਜ਼ ਆ ਬੜੀ ਮੰਦਭਾਗੀ ਘਟਨਾ ਵਾ, ਅਤੇ ਤੁਸੀਂ ਬੜੀ ਚੜ੍ਹਦੀ ਕਲਾ ਵਾਲੇ ਸਿੰਘ ਹੋ, ਅਤੇ ਤੁਸੀਂ ਇਹਨੂੰ ਪਹਿਲ ਦੇ ਆਧਾਰ 'ਤੇ ਕਿਸੇ ਸਿੰਘ ਦੀ ਡਿਊਟੀ ਲਾ ਦਿਓ ਅਤੇ ਉੱਥੇ ਭੇਜੋ ਵੀ ਮਸਲਾ ਕੀ ਹੈ, ਇਹਦੇ ਤਹਿ ਤੱਕ ਜਾਓ, ਠੀਕ ਆ ਜੋ ਵੀ ਹੈਗਾ ਵਾ। ਹਾਂ, ਜੇ ਜਿਸ ਤਰੀਕੇ ਨਾਲ ਉਹ ਵਿਚਾਰੀਆਂ ਨਿਆਣੀਆਂ ਬੱਚੀਆਂ ਨੇ ਜੋ ਵੀਡੀਓ ਵਿਖਾਈ ਆ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਉਹਨਾਂ ਨਾਲ ਧੱਕਾ ਹੋ ਰਿਹਾ ਵਾ, ਬਟ ਫਿਰ ਵੀ ਉਹਦੇ 'ਤੇ ਕਾਰਵਾਈ ਕਿੰਨੀ ਹੋਈ ਆ, ਜਾਂ ਪ੍ਰਸ਼ਾਸਨ ਪਹੁੰਚਿਆ ਕਿ ਨਹੀਂ ਪਹੁੰਚਿਆ, ਪਰਿਵਾਰ ਦੇ ਮੈਂਬਰ ਪਹੁੰਚੇ ਕਿ ਨਹੀਂ ਪਹੁੰਚੇ, ਬੜੀਆਂ ਜ਼ਿਆਦੀਆਂ ਜਿਹੜੀਆਂ ਉਹ ਸੂਚਨਾਵਾਂ ਇਕੱਠੀਆਂ ਕਰਨੀਆਂ ਜਿਹੜੀਆਂ ਉਹ ਸਾਡੀ ਮੈਂ ਜ਼ਰੂਰੀ ਸਮਝਦਾ ਸੀ। ਪਰ ਅੱਜ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਸਵੇਰੇ ਡਿਊਟੀ ਲਾਉਣਾ ਵਾਂ। ਵੀਡੀਓ ਵੀ ਉਹਨਾਂ ਕੋਲ ਜ਼ਾਹਿਰ ਪਹੁੰਚੀ ਹੋਏਗੀ। ਜੇ ਸਾਡੇ ਵਰਗੇ ਪੇਂਡੂ ਮਹਾਤੜਾਂ ਕੋਲ ਪਹੁੰਚ ਸਕਦੀ ਆ ਅਤੇ ਇਹੋ ਜਿਹੇ ਸਿਆਸੀ ਲੀਡਰਾਂ ਜਾਂ ਜਥੇਦਾਰਾਂ ਕੋਲ ਨਹੀਂ ਪਹੁੰਚਦੀ, ਅਤੇ ਇਹ ਪਹੁੰਚੀ ਹੋਏਗੀ। ਅਤੇ ਮੈਂ ਉਹਨਾਂ ਨੂੰ ਲਾਹਣਤ ਪਾਉਂਦਾ ਵਾਂ ਕਿ ਇਹੋ ਜਿਹੀ ਲਾਹਣਤ ਤੁਹਾਡੇ ਵਰਗੇ ਜਥੇਦਾਰਾਂ 'ਤੇ ਕਿ ਤੁਹਾਨੂੰ ਅਸੀਂ ਜਥੇਦਾਰ ਵੋਟਾਂ ਪਾ ਕੇ ਸਿਰਫ ਅਤੇ ਸਿਰਫ ਅਸੀਂ ਦੇਸੀ ਘਿਓ ਪਾ ਕੇ ਦਾਲਾਂ ਦੇ ਵਿੱਚ ਤੜਕੇ ਲਾ ਕੇ ਖਾਣ ਨੂੰ ਬਣਾਇਆ ਹੈ, ਕਿ ਜਾਂ ਤੁਹਾਨੂੰ ਸਿਰਫ ਅਤੇ ਸਿਰਫ ਅਸੀਂ ਗੁਲਕਾ ਖਾਣ ਵਾਸਤੇ ਜਥੇਦਾਰ ਤੁਹਾਨੂੰ ਬਣਾਇਆ ਵਾ। ਜੇ ਤੇ ਕਿਸੇ ਮੰਤਰੀ ਦੀ ਕੁੜੀ ਦਾ ਧੱਕਾ ਹੋਇਆ ਹੁੰਦਾ, ਜਥੇਦਾਰਾਂ ਦੀਆਂ ਗੱਡੀਆਂ ਮਿੰਟੋ ਮਿੰਟ ਪਹੁੰਚਣੀਆਂ ਸੀ। ਜੇ ਕਿਤੇ ਕਮ ਸੇ ਕਮ ਕਿਸੇ ਹੋਇਆ ਸਿਆਸਤਦਾਨ ਦੀ, ਤੇ ਫਿਰ ਤੇ ਮੈਂ ਕਹਿਣਾ ਮਿੱਤਰੋ ਤੁਸੀਂ ਉਹਨਾਂ ਦੇ ਘਰਾਂ ਜਾ ਕੇ ਗੱਡੀਆਂ ਲੈ ਕੇ ਪਹੁੰਚ ਜਾਣਾ ਸੀ, ਸੰਗਤਾਂ ਨਾਲ ਲੈ ਕੇ, ਅਤੇ ਤੁਸੀਂ ਕਹਿਣਾ ਵੀ ਪੰਥ ਨੂੰ ਬੜਾ ਦੁੱਖ ਲੱਗਾ। ਉਹ ਕੰਜਰੋ, ਇਹ ਧੀਆਂ ਭੈਣਾਂ ਪੰਥ ਦੀਆਂ ਨਹੀਂ ਹੈ, ਉਹ ਤੁਸੀਂ ਸਿਰਫ ਅਤੇ ਸਿਰਫ ਗੋਲਕਾਂ ਦੇ ਉੱਪਰ ਜਿਹੜੇ ਸੱਪ ਬਣ ਕੇ ਬੈਠੇ ਹੋ। ਅਤੇ ਮੈਂ ਅੱਜ ਜਥੇਦਾਰਾਂ ਨੂੰ ਅਤੇ ਸਾਰਿਆਂ ਜਿੰਨੇ ਵੀ ਇਹਨਾਂ ਨੂੰ ਮੈਂ ਲਾਹਣਤ ਪਾਉਂਦਾ ਵਾਂ ਕਿ ਸ਼ਰਮ ਦੇ ਨਾਲ ਨਾ ਮਰ ਜਾਓ, ਨੱਕ ਡੋਬ ਕੇ ਮਰ ਜਾਓ, ਹੱਥਾਂ ਦੇ ਵਿੱਚ ਚੂੜੀਆਂ ਪਾ ਲਓ ਤੁਸੀਂ,
ਇਹ ਤੁਸੀਂ ਸਲਵਾਰਾਂ ਪਾ ਕੇ ਬਹਿ ਜਾਓ, ਤੁਸੀਂ ਮੈਂ ਕਹਿੰਦਾ ਤੁਸੀਂ ਤੇ ਹਜਾ ਲਾਤੀ। ਉਹ ਤੁਹਾਡੇ ਰਾਜ ਦੇ ਵਿੱਚ ਗੁਰੂ ਸਾਹਿਬ ਦੀਆਂ ਬਦਬੀਆਂ ਤੁਹਾਡੇ ਆਪਣੇ ਬੰਦੇ ਕਰਨ ਡੇ ਆ, ਸਜ਼ਾਵਾਂ ਤੁਸੀਂ ਕਹਿੰਦੇ ਹੋ, ਬਾਅਦ 'ਚ ਉਹਨਾਂ ਨੂੰ ਤੁਸੀਂ ਬਚਾਉਂਦੇ ਹੋ। ਜੇ ਤੁਸੀਂ ਆਪਣੇ ਗੁਰੂ ਦੇ ਨਹੀਂ ਬਣੇ ਤੇ ਸਾਡੀ ਕੌਮ ਦੇ ਕਿੱਥੋਂ ਬਣ ਜਾਓ? ਕਿ ਤੁਸੀਂ ਸ਼ਰੇਆਮ ਤੁਹਾਨੂੰ ਮੈਂ ਲਲਕਾਰ ਕੇ ਕਹਿਣਾ ਵਾਂ, ਜੇ ਆਪਣੀ ਇੱਜ਼ਤ ਬਚਾਉਣਾ ਚਾਹੁੰਦੇ ਹੋ, ਜੇ ਤੁਹਾਡੇ ਅੱਜ ਵੀ ਤੁਹਾਡੀਆਂ ਅੰਦਰ ਜ਼ਮੀਰਾਂ ਜਾਗਦੀਆਂ ਨੇ ਤੇ ਅਸਤੀਫੇ ਦੇ ਕੇ ਪਿਓ ਦੇ ਪੁੱਤ ਬਣ ਕੇ ਘਰ ਬਹਿ ਜਾਓ। ਤੇ ਕਿਸੇ ਚੜ੍ਹਦੀ ਕਲਾ ਵਾਲੇ ਨੂੰ, ਕਿਸੇ ਬਾਬਾ ਦੀਪ ਸਿੰਘ ਦੀ ਸੋਚ ਵਾਲੇ ਨੂੰ, ਜੱਸਾ ਸਿੰਘ ਆਲੂ ਵਾਲੀ ਸੋਚ ਵਾਲੇ ਨੂੰ ਕਿ ਤਖਤਾਂ ਦੇ ਮਾਲਕ ਬਣ ਦਿਓ, ਤਾਂ ਜੋ ਸਾਡੇ ਪੰਜਾਬ ਵਾਸੀਆਂ ਦਾ ਤੇ ਹੋਰਨਾਂ ਧਰਮਾਂ ਦਾ ਜਿਹੜਾ ਵਾ ਉਹ ਉਧਾਰ ਹੋ ਸਕੇ। ਭਾਈ ਦਵਿੰਦਰ ਸਿੰਘ ਦੀ ਗੱਲ ਕਰੀਏ, 16 ਸਾਲ ਜਿਹੜਾ ਵਾ ਅੱਗੇ ਹੀ ਲੜਕੀਆਂ ਦੇ ਬਲਾਤਕਾਰ ਮਾਮਲੇ ਵਿੱਚ ਜਿਹੜਾ ਜੇਲ੍ਹ ਵਿੱਚ ਬੰਦ ਆ, ਤੇ ਫਿਰ ਜਿਹੜੇ ਲੋਕ ਨੇ ਉਹ ਅਜਿਹੇ ਡੇਰੇ ਵਿੱਚ ਜਾਂ ਅਜਿਹੇ ਹਸਪਤਾਲਾਂ ਵਿੱਚ ਕਿਉਂ ਭੇਜ ਰਹੇ ਨੇ ਆਪਣੀ ਲੜਕੀਆਂ ਨੂੰ? ਵੀਰ ਜੀ, ਇਹਨਾਂ ਲੋਕਾਂ ਦਾ ਹੀ ਬੇੜਾ ਗਰਕ ਹੋਇਆ ਵਾ। ਇਹ ਲੋਕ ਹੀ ਬੜਾਵਾਦਾਰ ਨੇ, ਪਿਤਾ ਜੀ ਪਿਤਾ ਜੀ ਪਿਤਾ ਜੀ। ਇਹ ਪਿਤਾ ਜੀ ਜਦੋਂ ਹੁਣ ਮੈਂ ਮੂੰਹ ਸ਼ਰੇਆਮ ਗਾਲਾਂ ਕੱਢਦਾ ਨਹੀਂ ਚੰਗਾ ਲੱਗਦਾ ਕਿ ਜਦੋਂ ਤੁਹਾਡੀਆਂ ਧੀਆਂ ਭੈਣਾਂ ਦੀ ਬੇਪਤੀ ਕਰਦੇ ਆ ਤੁਹਾਡੇ ਹੀ ਪਿਤਾ, ਤੇ ਤੁਹਾਨੂੰ ਸ਼ਰਮ ਤੁਹਾਨੂੰ ਚਾਹੀਦਾ। ਤੁਸੀਂ ਤੇ ਆਪ ਆਪਣੀਆਂ ਕੁੜੀਆਂ ਉੱਤੇ ਛੱਡ ਕੇ ਆਉਂਦੇ ਹੋ। ਜੇ ਕਮ ਸੇ ਕਮ ਉਹਨਾਂ ਧੀਆਂ ਭੈਣਾਂ ਨਾਲ ਹੋਜ ਵੀ ਹੋ ਗਿਆ ਵਾ, ਜੇ ਤੁਹਾਨੂੰ ਪਤਾ ਕਿ ਸਾਰੀ ਦੁਨੀਆ ਦੇ ਵਿੱਚ ਇਹ ਕੰਜਰ ਜਿਹੜਾ ਬਦਨਾਮ ਹੋ ਗਿਆ, ਡੇਰਾ ਬਦਨਾਮ ਹੋ ਗਿਆ ਵਾ, ਇਹ ਡੇਰਾ ਸੀਲ ਕਰ ਦੇ। ਇਹ ਡੇਰੇ ਤੇ ਮੈਂ ਕਹਿੰਦਾ ਫੇਰ ਕੇ ਟਰੈਕਟਰ ਦੇ ਬਿਲਕੁਲ ਕਿਤੇ ਪੱਧਰ ਹੀ ਕਰ ਦਿੰਦੇ, ਕਿਸੇ ਨੂੰ ਪਤਾ ਲੱਗਦਾ। ਤੇ ਜੇ ਤੁਹਾਡੇ 'ਚ ਨਹੀਂ ਇੰਨਾ ਦਮ ਹੈਗਾ ਤੇ ਪਰ ਮੈਂ ਇਹ ਵੀ ਨਹੀਂ ਕਹਿਣਾ ਚਾਹੁੰਦਾ ਵੀ ਕਿਹੜਾ ਸਾਡਾ ਖਾਲਸਾ ਰਾਜ, ਖਾਲਿਸਤਾਨ ਦੀ ਤੁਸੀਂ ਗੱਲ ਕਰਨ ਦੇ ਹੋ ਔਰ ਰੋਂਦੇ ਹੋ, ਪਿੱਟਦੇ ਹੋ। ਆ ਨਿੱਕੇ ਨਿੱਕੇ ਨੌਜਵਾਨ ਵਿਚਾਰੇ ਖਾਲਿਸਤਾਨ ਦੇ ਮੁੱਦੇ ਤੇ ਵਿਚਾਰੇ ਜਿਹੜੇ ਆ ਉਹ ਸ਼ਹੀਦ ਹੋਣ ਡੇ ਆ। ਕੀ ਤੁਸੀਂ ਇਹ ਖਾਲਿਸਤਾਨ ਬਣਾਵਾ? ਉਹ ਤੁਸੀਂ ਕਹਿੰਦੇ ਹੋ ਵੀ ਖਾਲਸਾ ਰਾਜ ਆ ਲੈਣ ਦਿਓ, ਆਪਾਂ ਫਿਰ ਵੇਖਾਂਗੇ, ਇਹ ਤਾਂ ਹੀ ਆਪਾਂ ਖਾਲਸਾ ਰਾਜ ਮੰਗਣ ਡੇ ਆ। ਉਹ ਫਿੜੇ ਮੂੰਹ ਤੁਹਾਡੀ ਸੋਚਦਾ। ਉਹ ਸਾਡੀਆਂ ਧੀਆਂ ਭੈਣਾਂ ਦੇ ਅੱਜ ਬਲਾਤਕਾਰ ਹੋ ਰਹੇ ਆ, ਅਸੀਂ ਕਹਿਣ ਡਿਆ ਉਦੋਂ ਕਾਰਵਾਈ ਕਰਾਂਗੇ ਜਦੋਂ ਖਾਲਸਾ ਰਾਜ ਬਣ ਗਿਆ। ਇਹ ਖਾਲਸੇ ਸਾਨੂੰ ਬਣਨਾ ਪੈਣਾ ਵਾ। ਜਥੇਦਾਰਾਂ ਦੇ ਸਿਰ ਤੇ ਨਾ ਰਹੋ, ਧਰਮ ਦੇ ਲੀਡਰਾਂ ਤੇ ਨਾ ਰਹੋ, ਇਹ ਪ੍ਰਸ਼ਾਸਨ ਦੇ ਸਿਰ ਤੇ ਨਾ ਰਹੋ। ਮੈਂ ਧੀਆਂ ਭੈਣਾਂ ਨੂੰ ਬੇਨਤੀ ਕਰਦਾ ਵਾਂ, ਪਰਿਵਾਰ ਵਾਲਿਆਂ ਨੂੰ ਬੇਨਤੀ ਕਰਦਾ, ਵੀਰੇ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ, ਇਹ ਆਪਣੀਆਂ ਧੀਆਂ ਭੈਣਾਂ ਦੀ ਰਾਖੀ ਅਸੀਂ ਆਪ ਹੀ ਕਰਨੀ ਆ। ਜੇ ਕੋਈ ਸਾਡੀ ਧੀ ਭੈਣ ਦੀ ਅੱਗੇ ਆਉਂਦਾ ਨਾ ਬੇਪਤੀ ਵਾਸਤੇ, ਤੇ ਮੈਂ ਭੈਣਾਂ ਨੂੰ ਬੇਨਤੀ ਕਰਦਾ 6-6 ਫੁੱਟੀਆਂ ਤਲਵਾਰਾਂ ਪਾਲੋ, ਤੇ ਜਿਹੜਾ ਕੰਜਰ ਤੁਹਾਡੇ ਵੱਲ ਵੱਧ ਆਣਾ ਉਹਦਾ ਸਿਰ ਪਹਿਲਾਂ ਵੱਢ ਦਿਓ। ਉਸ ਤੋਂ ਬਾਅਦ ਕਾਨੂੰਨ ਨੂੰ ਜਾ ਕੇ ਕਹੋਗੇ ਲੈ ਮਿੱਤਰਾ ਆ ਆਪਾਂ ਚੁੱਕ ਕੇ ਲੈਂਦੀਆਂ ਹੀ ਧੌਣ, ਇਹ ਕੰਜਰ ਨੇ ਸਾਡੀ ਧੀ ਭੈਣ ਨੂੰ ਅਸੀਂ ਛੇੜਿਆ ਸੀ, ਤਾਂ ਜਿਹੜੀ ਕਾਰਵਾਈ ਕਰਨੀ ਆ ਕਰ, ਆ ਤੇਰੀ ਧੌਣ ਪਿਆ ਤੇਰੇ ਟੇਬਲ ਤੇ। ਕੀ ਲੱਗਦਾ ਨਹੀਂ ਵੀ ਅਜਿਹੇ ਹਸਪਤਾਲ ਜਾਂ ਅਜਿਹੇ ਜਿਹੜੇ ਆਸ਼ਰਮ ਨੇ ਉਹ ਬੰਦ ਹੋਣੇ ਚਾਹੀਦੇ ਨੇ? ਕਿਉਂਕਿ ਇਹ ਤੋਂ ਇਹ ਸਾਬਤ ਹੁੰਦਾ ਵੀ ਰਾਮ ਰਹੀਮ ਦੇ ਜਿਹੜੇ ਇਲਾਕਿਆਂ 'ਚ ਜਾਂ ਹਸਪਤਾਲਾਂ ਵਿੱਚ ਜਿਹੜਾ ਇਹੋ ਜਿਹੀ ਅਸ਼ਲੀਲ ਜਿਹੜੀਆਂ ਹਰਕਤਾਂ ਉਹ ਚੱਲਦੀਆਂ ਨੇ। ਤੁਸੀਂ ਨਾ ਕਹਾਵਤ ਸੁਣੀ ਆ ਕਿ ਕੁੱਤੀ ਜਿਹੜੀ ਆ ਉਹ ਚੋਰਾਂ ਨਾਲ ਮਿਲੀ ਆ। ਇਹ ਡੇਰਾਵਾਦ ਪੰਜਾਬ ਦੇ ਵਿੱਚ ਬੜਾਵਾ ਹੀ ਤਾਂ ਮਿਲਿਆ ਕਿਉਂਕਿ ਸਰਕਾਰਾਂ ਚਾਹੁੰਦੀਆਂ ਨੇ ਡੇਰੇਵਾਦ ਤੋਂ ਸਰਕਾਰ ਨੂੰ ਮੋਟੀਆਂ ਵੋਟਾਂ ਆਉਂਦੀਆਂ ਨੇ। ਕਿਹੜਾ ਸਾਡਾ ਪੰਜਾਬ ਦਾ ਲੀਡਰ ਆ, ਚਾਹੇ ਉਹ ਆਪਣੇ ਆਪ ਨੂੰ ਕਾਲੀ ਖਵਾਵੇ, ਚਾਹੇ ਉਹ ਕਾਂਗਰਸੀ ਖਾਵੇ, ਚਾਹੇ ਉਹ ਧਰਮੀ ਖਵਾਉਂਦਾ ਵਾ, ਸਾਰੇ ਤੇ ਕੰਜਰ ਉਹਦੇ ਡੇਰੇ 'ਤੇ ਬਹਿੰਦੇ ਰਹੇ ਜਾ ਕੇ। ਹੈਂ, ਅੱਜ ਸਾਡੇ ਪ੍ਰਧਾਨ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆ, ਉਹਨਾਂ ਕੰਜਰਾਂ ਕੋਲ ਜਾ ਕੇ ਵੋਟਾਂ ਮੰਗਦੇ ਰਿਹਾ। ਇਹਨਾਂ ਨੇ ਗੱਲ ਕਰਨੀ ਹੈ, ਇਹ ਕਾਣੇ ਨੇ ਗੱਲ ਉਹ ਕਰਦਾ ਵਾ ਜਿਹੜਾ ਇਹ ਕੰਜਰ ਦੇ ਕਿਤੇ ਡੇਰੇ 'ਤੇ ਮੈਂ ਕਹਿੰਦਾ ਵੀ ਲਾਗੂ ਦੀ ਨੰਕ ਵੀ ਨਾ ਗਿਆ ਹੋਵੇ, ਉਹ ਸ਼ਰੇਆਮ ਗੱਲ ਕਰੂਗਾ। ਠੀਕ ਹੈ ਨਾ? ਇਹਨਾਂ ਤੋਂ ਕੀ ਭਾਲਦੇ ਹੋ? ਇਸ ਕਰਕੇ ਸਾਨੂੰ ਆਪਣੀਆਂ ਧੀਆਂ ਭੈਣਾਂ ਦੀ ਰਾਖੀ ਆਪ ਹੀ ਕਰਨੀ ਪੈਣੀ ਆ। ਸਾਨੂੰ ਜਹੇਦਾਰਾਂ 'ਤੇ ਉਹ ਯਕੀਨ ਨਹੀਂ ਰਹਿ ਗਿਆ ਕਿਉਂਕਿ ਇਹਨਾਂ ਨੇ ਆਪਣੇ ਕੋਲ ਬਹਿ ਕੇ ਤੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਆ। ਤੇ ਗੱਲ ਕਰੀਏ ਦਵਿੰਦਰ ਜੀ, ਅਜਿਹੀ ਵੀਡੀਓ ਵੇਖੀ ਤੁਸੀਂ ਸਭ ਨੇ ਵੇਖੀ ਆ, ਜਿਹੜੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਆ, ਪਰ ਹਜੇ ਤੱਕ ਕਹਿ ਸਕਦੇ ਹਾਂ ਵੀ ਹਜੇ ਵੀ ਕਿਸੇ ਸਿਆਸੀ ਲੀਡਰ ਦਾ ਜਾਂ ਕਿਸੇ ਵੀ ਕਹਿ ਸਕਦੇ ਜਿਹੜੀ ਪਹੁੰਚ ਵਾਲੇ ਦਾ, ਕੋਈ ਸਿੱਖ ਦਾ ਜਿਹੜਾ ਵਾ ਹਜੇ ਤੱਕ ਕੋਈ ਬਿਆਨ ਨਹੀਂ ਆਇਆ, ਤੇ ਨਾ ਹੀ ਅਜਿਹੀ ਜਿਨ੍ਹਾਂ ਨੇ ਵੀਡੀਓ ਪਾਈ ਹੈ ਜਾਂ ਕਿਸ ਤਰ੍ਹਾਂ ਲੜਕੀਆਂ ਨੇ ਉਹਨਾਂ ਖਿਲਾਫ ਹਜੇ ਤੱਕ ਕਾਰਵਾਈ ਨਹੀਂ ਹੋਈ। ਕੀ ਕਾਰਨ ਇਹਦਾ? ਸਿੱਖ ਉਹ ਸੀ ਵੀਰੇ ਜਿਹੜੇ ਚਣਿਆਂ ਦੀਆਂ ਮੁੱਠਾਂ ਖਾ ਕੇ ਨਾ ਘੋੜਿਆਂ 'ਤੇ ਰਹਿ ਕੇ ਜੰਗਲਾਂ 'ਚ ਰਹਿ ਕੇ ਗੁਜ਼ਾਰਾ ਕਰਦੇ ਸੀ। ਅੱਜ ਸਿੱਖ ਅਸੀਂ ਆਪਣੇ ਆਪ ਨੂੰ ਸਿੱਖ ਕਹਾਉਂਦੇ ਆ। ਮੈਂ ਕਹਿੰਦਾ ਸਾਨੂੰ ਮਰ ਜਾਣਾ ਚਾਹੀਦਾ ਵਾ। ਠੀਕ ਹੈ ਨਾ? ਸਾਡੇ ਰਾਜ ਦੇ ਵਿੱਚ, ਸਾਡੇ ਅੱਖਾਂ ਦੇ ਸਾਹਮਣੇ, ਸਾਡੇ ਜੀਵਨ ਕਾਲ ਦੇ ਵਿੱਚ ਸਾਡੀ ਆ ਜਿਹੜੀ ਜ਼ਿੰਦਗੀ ਸਾਡੀ ਚੱਲ ਰਹੀ ਉਹਦੇ ਸਾਹਮਣੇ ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਆ, ਧੀਆਂ ਭੈਣਾਂ ਦੀ ਬੇਪਤੀ ਹੋ ਰਹੀ ਆ ਕਿਤੇ ਨਾ ਕਿਤੇ। ਜੇ ਕਿਸੇ ਇਹ ਸਿਆਸੀ ਲੀਡਰ ਦੀ ਕਿਸੇ ਧੀ ਭੈਣ ਨਾਲ ਹੋਇਆ ਹੁੰਦਾ ਤੇ ਮੈਂ ਕਹਿੰਦਾ ਰਾਤੋਂ ਰਾਤ ਪੁਲਿਸ ਨੇ ਭੱਜ ਜਾਣਾ ਸੀ। ਇਹ ਗਰੀਬ ਦੀ ਧੀ ਦਾ ਹੋਇਆ ਵਾ। ਠੀਕ ਹੈ ਨਾ? ਅਸੀਂ ਸਿਰਫ ਸਿੱਖ ਰਹਿ ਗਏ ਆ। ਕਮੈਂਟਾਂ ਦੇ ਜਿਹੜੀ ਵੀਡੀਓ ਵੇਖਣ ਦੇ ਨਾ ਤੁਸੀਂ, ਹੁਣ ਜਿਹੜੇ ਤੁਸੀਂ ਲੋਕ ਵੀਡੀਓ ਵੇਖਣ ਦੇ ਹੋ, ਕਮੈਂਟਾਂ 'ਚ ਚੱਕਦੇ ਸਰਦਾਰ ਜੀ, ਬੱਲੇ ਸਰਦਾਰ ਜੀ, ਜਿੰਦਾਬਾਦ ਖਾਲਿਸਤਾਨ ਤੇ ਉਹ ਤੇ ਲਟਰ ਦੇ ਬਟਰ, ਆਹੀ ਔਕਾਤ ਰਹਿ ਗਈ ਆ ਤੁਹਾਡੀ ਧੀਆਂ ਭੈਣਾਂ ਨੂੰ ਗਾਲਾਂ ਕੱਢਣੀਆਂ। ਕਿਸੇ ਜੇ ਕੋਈ ਬੰਦਾ ਹੱਕ 'ਚ ਆਵਾਜ਼ ਗੱਲ ਕਰਦਾ ਵਾ ਨਾ, ਉਹਨੂੰ ਟਾਰਗੇਟ ਕਰਨਾ ਵੀ ਤੂੰ ਤੇ ਬਸ ਇੱਥੇ ਬੋਲਣ ਜੋਗਾ ਕੁਝ ਕਰਕੇ ਵਿਖਾ। ਤੇ ਤੁਸੀਂ ਕੀ ਗੱਲ ਘਰ ਦੇ ਵਿੱਚ ਬਹਿ ਕੇ ਕਮੈਂਟ ਕਰਨ ਵਾਲੇ ਹੋ? ਉੱਠੋ ਮੇਰੇ ਨਾਲ 8557097826 ਤੇ ਮੈਨੂੰ ਕਾਲ ਕਰੋ। ਸੰਤ ਸਿਪਾਹੀ ਗਰੁੱਪ ਦੇ ਮੈਂਬਰ ਬਣੋ। ਅਸੀਂ ਤੁਹਾਨੂੰ ਕਹਿੰਦੇ ਆ ਸਾਡਾ ਮੁੱਦਾ ਸਿਰਫ ਤੇ ਸਿਰਫ ਉਹ ਨਵਾਂ ਕਿ ਜਿਹੜੇ ਧੀਆਂ ਭੈਣਾਂ ਦਾ ਪੰਜਾਬ 'ਚ ਰੇਪ ਹੋ ਰਹੇ ਨੇ, ਬੱਚੀਆਂ ਨਾਲ ਰੇਪ ਹੋ ਰਹੇ ਨੇ, ਜਾਂ ਪੰਜਾਬ ਦੇ ਵਿੱਚ ਜਿਹੜਾ ਦਾਜ ਨਾਮ ਦਾ ਕਲੰਕ ਆਣਾ ਪੰਜਾਬ 'ਚੋਂ ਖਤਮ ਕਰਨਾ ਵਾ। ਜਿੱਦਾਂ ਕਿ ਪਹਿਲਾਂ
ਪੰਜਾਬ ਦੇ ਵਿੱਚ ਸਾਡੇ ਕਿਸੇ ਦੁਸ਼ਮਣ ਦੀ ਧੀ ਭੈਣਾਂ ਜਿਹੀ ਹੁੰਦੀ ਸੀ ਨਾ, ਤੇ ਦੁਸ਼ਮਣ ਉਹ ਜਿਹੜਾ ਸੀ ਉਹ ਬਿਲਕੁਲ ਨਿਡਰ ਹੋ ਜਾਂਦਾ ਹੁੰਦਾ ਸੀ ਕਿ ਕੋਈ ਗੱਲ ਨਹੀਂ, ਬੇਸ਼ੱਕ ਮੇਰੀ ਧੀ ਮੇਰੀ ਭੈਣ ਪੰਜਾਬ ਦੇ ਵਿੱਚ ਹੈਗੀ ਆ, ਮੇਰੇ ਵੈਰੀਆਂ ਕੋਵਾਂ, ਪਰ ਸਾਨੂੰ ਪਤਾ ਉਹਨਾਂ ਦੀਆਂ ਇੱਜ਼ਤਾਂ ਨੂੰ ਉਹਨਾਂ ਦੀ ਕੋਈ ਮਤਲਬ ਖਤਰਾ ਨਹੀਂ ਆ, ਕਿਉਂਕਿ ਸਾਨੂੰ ਪਤਾ ਵਾ ਸਾਡੇ ਦੁਸ਼ਮਣ ਹੋ ਸਕਦੇ ਨੇ, ਪਰ ਉਹ ਧੀਆਂ ਭੈਣਾਂ ਦੀ ਇੱਜ਼ਤਾਂ ਬਚਾਉਣ ਵਾਲੇ ਨੇ। ਇਹ ਸਾਡੇ ਪੰਜਾਬ ਦੀ ਵਿਰਾਸਤ ਸੀ, ਤੇ ਅੱਜ ਅਸੀਂ ਉਹੀ ਪੰਜਾਬੀ ਸਿਰ ਤੇ ਵੰਨ-ਸਵੰਨੀਆਂ ਪੋਚਵੀਆਂ ਪੱਗਾਂ ਬੰਨ੍ਹ ਕੇ ਧੀਆਂ ਭੈਣਾਂ ਦੀ ਬੇਪਤੀ ਅਸੀਂ ਆਪ ਕਰ ਰਹੇ ਹਾਂ, ਮੋਟਰਸਾਈਕਲ ਤੇ ਗੇੜੀਆਂ ਮਗਰ ਲਾ ਰਹੇ ਹਾਂ ਤੇ ਆਪਣੇ ਆਪ ਨੂੰ ਸਰਦਾਰ ਖਵਾਉਂਦੇ ਹਾਂ। ਸਾਨੂੰ ਲਾਹਨਤ ਆ। ਕੀ ਲੱਗਦਾ ਹੈ ਦੇਵੇਂਦਰ ਜੀ, ਸਰਕਾਰਾਂ ਨੇ ਹਜੇ ਤੱਕ, ਚਾਹੇ ਉਹ ਬੀਜੇਪੀ ਹੈ ਚਾਹੇ ਕਾਂਗਰਸੀ ਹੈ, ਕਈ ਸਰਕਾਰਾਂ, ਪਰ ਹਜੇ ਤੱਕ ਇਹਨਾਂ ਦੇ ਖਿਲਾਫ ਜਿਹੜੀ ਕੋਈ ਕਾਰਵਾਈ ਨਹੀਂ ਕੀਤੀ ਗਈ। ਕੀ ਲੱਗਦਾ ਨਹੀਂ ਵੀ ਵੋਟਾਂ ਦੀ ਰਾਜਨੀਤੀ ਕੀਤੀ ਸੀ, ਵੋਟਾਂ ਬਟੋਰਨ ਵਾਸਤੇ ਜਿਹੜੀ ਕੀਤੀ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਕਿਸੇ ਧੀ ਭੈਣ ਦਾ ਜਾਂ ਕਿਸੇ ਨਾਲ ਕੋਈ ਜਿਹੜਾ ਵਾ ਉਹ ਨਹੀਂ ਦੁੱਖ ਹੈਗਾ। ਵੀਰੇ ਜਿਹੜੀ ਸਰਕਾਰਾਂ ਤੁਸੀਂ ਗੱਲ ਕਰਨ ਡੇ ਹੋ, ਇਹ ਤੇ ਆਪ ਕਹਿੰਦੇ ਆ ਕਿ ਬੇਟੀ ਬਚਾਓ ਤੇ ਬੇਟੀ ਪੜ੍ਹਾਓ, ਸਿਰਫ ਤੇ ਸਿਰਫ ਵੋਟਾਂ ਵਾਸਤੇ ਨਾਅਰੇ ਲਾਉਂਦੇ ਆ। ਜਦੋਂ ਇਹ ਬਾਹਰ ਕੈਮਰੇ ਦੇ ਤੱਕ ਜਦੋਂ ਕੈਮਰੇ ਦੇ ਸਾਹਮਣੇ ਬੋਲਦੇ ਆ ਨਾ ਬੇਟੀ ਬਚਾਓ ਬੇਟੀ ਪੜ੍ਹਾਓ, ਉਦੋਂ ਬਾਅਦ ਇਹੀ ਭਾਜਪਾ ਦੇ ਲੀਡਰ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਫੜੇ ਜਾਂਦੇ ਨੇ, ਠੀਕ ਆ, ਹੋਟਲਾਂ ਦੇ ਵਿੱਚੋਂ, ਤੇ ਉੱਤੋਂ ਛਾਲ ਮਾਰਦੇ ਲੱਤਾਂ ਤੜਾਉਂਦੇ ਨਜ਼ਰ ਆਉਂਦੇ ਆ। ਤੇ ਇਹਨਾਂ ਲੋਕਾਂ ਨੇ ਬਚਾਉਣੀਆਂ ਸਾਨੂੰ ਧੀਆਂ ਭੈਣਾਂ ਦੀਆਂ। ਜਿੰਨਾ ਅੱਜ ਮੈਂ ਕਹਿੰਦਾ ਆ ਮੋਦੀ ਦੇ ਵੇਲੇ ਬੇੜਾ ਗਰਕ ਹੋਣ ਡਿਆ ਵਾ, ਇਹਨਾਂ ਦੇ ਕਿਤੇ ਮਨਮੋਹਨ ਸਿੰਘ ਦੇ ਵੇਲੇ ਨਹੀਂ ਸੀ ਹੋਇਆ। ਉਹ ਸਰਦਾਰ ਬੋਲਦਾ ਘੱਟ ਸੀ ਪਰ ਕੰਮ ਸਭ ਤੋਂ ਵੱਧ ਕਰਦਾ ਸੀ। ਇਹ ਬੋਲਦਾ ਸਭ ਤੋਂ ਵੱਧ ਆ ਤੇ ਕੰਮ ਘੱਟ ਕਰਦਾ। ਸਿਰਫ ਇਹਨੇ ਆਪਣੇ ਰਾਜ ਦੇ ਵਿੱਚ ਯਾਤਰਾਵਾਂ ਹੀ ਕਰਨੀਆਂ ਸਿੱਖੀਆਂ ਨੇ, ਹੋਰ ਨੇ ਸਿੱਖਿਆ ਕੀ ਇਹਨੇ। ਲਾਸਟ ਸਵਾਲ ਦੇਵੇਂਦਰ ਜੀ, ਕੀ ਲੱਗਦਾ ਨਹੀਂ ਵੀ ਅਜਿਹੇ ਹਸਪਤਾਲ ਜਾਂ ਅਜਿਹੇ ਆਸ਼ਰਮ ਜਿਹੜੇ ਉਹ ਬੰਦ ਹੋਣੇ ਚਾਹੀਦੇ ਨੇ, ਕਿ ਲੋਕਾਂ ਦੀਆਂ ਧੀਆਂ ਭੈਣਾਂ ਇੱਜ਼ਤਾਂ ਜਿਹੜੀਆਂ ਉਹ ਬਚਣੀਆਂ ਚਾਹੀਦੀਆਂ ਨੇ? ਵੀਰ ਜੀ ਬੰਦ ਕਰੇਗਾ ਕੌਣ? ਇਹਨਾਂ ਕੰਜਰਾਂ ਦੇ ਡੇਰੇ ਖਲਵਾਏ ਨੇ, ਤੇ ਜੇ ਇਹ ਕੰਜਰ ਇਹਨਾਂ ਨਾਲ ਨਾ ਮਿਲੇ ਹੋਣ, ਡੇਰੇ ਤੋਂ ਇਹਨਾਂ ਨੂੰ ਇਹਨਾਂ ਨੂੰ ਵੋਟਾਂ ਮਿਲਦੀਆਂ ਨੇ। ਆਹ ਬਿਆਸ ਦੇ ਕੰਢੇ ਤੇ ਆ ਕਿੱਡਾ ਤਗੜਾ ਡੇਰਾ ਇੱਕ, ਕੀ ਗੱਲ ਇਹਨਾਂ ਦੇ ਅੰਦਰ ਨਹੀਂ ਕੁਝ ਹੁੰਦਾ ਵਾ? ਜਾਂ ਮਤਲਬ ਇਹ ਕਿੰਨਾ ਪੰਥ ਨੂੰ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਇਹ ਡੇਰਾਵਾਦ ਚਾਹੇ ਉਹ ਨਿਰੰਕਾਰੀਏ ਹੋਣ, ਮੈਂ ਖੁੱਲ੍ਹ ਕੇ ਸ਼ਰੇਆਮ ਬੋਲੂੰਗਾ, ਮੈਨੂੰ ਕਿਸੇ ਕੰਜਰ ਦਾ ਡਰ ਨਹੀਂ, ਚਾਹੇ ਉਹ ਨਿਰੰਕਾਰੀ ਹੋਣ, ਚਾਹੇ ਉਹ ਰਾਧਾ ਸਵਾਮੀਏ ਹੋਣ, ਚਾਹੇ ਹੋਰ ਕੋ ਡੇਰੇ ਵਾਲੇ ਹੋਣ। ਉਹ ਤੁਸੀਂ ਗੁਰੂ ਗੋਬਿੰਦ ਸਿੰਘ ਦੀਆਂ ਤੁਕਾਂ ਸੁਣਾ ਕੇ ਆਪਣੇ ਘਰ ਦੇ ਚੁੱਲ੍ਹੇ ਚਲਾਉਂਦੇ ਹੋ। ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਕਿਹੜੇ ਡੇਰੇਦਾਰ ਨੇ ਹਾਂ ਦਾ ਨਾਰਾ ਮਾਰਿਆ ਵੀ ਨਹੀਂ ਯਾਰ ਇਹ ਮਾੜਾ ਕੀਤਾ ਇਹਨਾਂ ਨੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ, ਤੇ ਆਪਾਂ ਇਹਨਾਂ ਨੂੰ ਜਾ ਕੇ ਪੁੱਛੀਏ? ਕਦੇ ਵੀ ਨਹੀਂ। ਸਿਰਫ ਤੇ ਸਿਰਫ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਸਿਰਫ ਰੋਟੀਆਂ ਕਮਾਉਣਾ ਜਾਣਦੇ ਹੋ, ਆਪਣੇ ਚੁੱਲ੍ਹੇ ਚਲਾਉਣਾ ਜਾਣਦੇ ਹੋ, ਆਪਣੇ ਬਿਜ਼ਨਸ ਚਲਾਉਣਾ ਜਾਣਦੇ ਹੋ। ਇਦੋਂ ਵੱਧ ਤੁਹਾਡੀ ਕੋਈ ਔਕਾਤ ਨਹੀਂ ਆ, ਨਾ ਤੁਹਾਡੇ ਮਨ ਦੇ ਵਿੱਚ ਗੁਰੂ ਦੀ ਕੋਈ ਭਾਵਨਾ ਵਾ। ਬਹੁਤ ਬਹੁਤ ਧੰਨਵਾਦ ਜੀ। ਇਹ ਅਸੀਂ ਗੱਲਬਾਤ ਕੀਤੀ ਸਾਡੇ ਨਾਲ ਭਾਈ ਦੇਵੇਂਦਰ ਸਿੰਘ ਜੀ, ਜਿਹੜੇ ਕਿ ਸੰਤ ਸਿਪਾਹੀ ਗਰੁੱਪ ਦੇ ਜਿਹੜੇ ਨੇ ਅਹੁਦੇਦਾਰ ਨੇ। ਅਕਸਰ ਜਦੋਂ ਵੀ ਕਿਸੇ ਧੀ ਭੈਣ ਦੀ ਗੱਲਬਾਤ ਚੱਲਦੀ ਆ ਜਾਂ ਕਿਸੇ ਧੀ ਭੈਣ ਦੇ ਕੋਈ ਆਂਚ ਆਉਂਦੀ ਆ ਜਾਂ ਇੱਜ਼ਤ ਦੀ ਗੱਲ ਆਉਂਦੀ ਆ, ਉਦੋਂ ਜਿਹੜੇ ਸੰਤ ਸਿਪਾਹੀ ਗਰੁੱਪ ਦੇ ਜਿਹੜੇ ਅਹੁਦੇਦਾਰ ਨੇ ਸੰਤ ਭਾਈ ਦੇਵੇਂਦਰ ਸਿੰਘ ਜੀ, ਉਹ ਅਕਸਰ ਖੜੇ ਜਾਂਦੇ ਨੇ ਅਤੇ ਉਹਨਾਂ ਨੇ ਸਰਕਾਰਾਂ ਨੂੰ ਅਤੇ ਲੋਕਾਂ ਨੂੰ ਲਾਹਨਤਾਂ ਪਾਈਆਂ ਨੇ ਕਿ ਤੁਸੀਂ ਆਪਣੀ ਜਿਹੜੀਆਂ ਜਵਾਨ ਧੀਆਂ ਭੈਣਾਂ ਨੂੰ ਅਜਿਹੇ ਡੇਰਿਆਂ 'ਚ ਜਾਂ ਹਸਪਤਾਲਾਂ 'ਚ ਅਜਿਹੇ ਕਿਉਂ ਭੇਜਦੇ ਨੇ, ਅਤੇ ਸਰਕਾਰ ਨੂੰ ਚਾਹੀਦੇ ਇਹਨਾਂ ਖਿਲਾਫ ਜਿਹੜੀ ਹੈ ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਹੈ। ਅੰਮ੍ਰਿਤਸਰ ਤੋਂ ਸਿੱਖ ਐਕਸਪ੍ਰੈਸ ਲਈ ਅਜੀਤ ਕਰੇਵਾਲ ਦੀ ਖਾਸ ਰਿਪੋਰਟ। ਜ਼ਿਕਰੇ ਖਾਸ ਹੈ ਕਿ ਸ਼ਾਹ ਸਤਨਾਮ ਹਸਪਤਾਲ ਦੇ ਅੰਦਰ ਕੰਮ ਕਰਦੀਆਂ ਕੁਝ ਕੁੜੀਆਂ ਨੇ ਇੱਕ ਵੀਡੀਓ ਸੁਨੇਹੇ ਰਾਹੀਂ ਆਪਣੀ ਵਿਥਿਆ ਸੁਣਾਈ ਸੀ ਕਿ ਇਸ ਹਸਪਤਾਲ ਦੇ ਅੰਦਰ ਉਹਨਾਂ ਨੂੰ ਗੁਲਾਮਾਂ ਵਾਂਗ ਰੱਖਿਆ ਜਾਂਦਾ ਹੈ। ਮੁੰਡੇ ਆ ਕੇ ਉਹਨਾਂ ਨਾਲ ਧੱਕੇਸ਼ਾਹੀ ਕਰਦੇ ਹਨ, ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ, ਉਹ ਇੱਥੇ ਗੁਲਾਮਾਂ ਵਾਂਗ ਹਨ। शाह सतनाम जी हॉस्पिटल में हम काम करते हैं, हम सारी नर्सें हैं। ये हमारे कमरे हैं, प्राइवेट कमरे दिए गए हैं। कई दिनों से हमारे रूम में छेड़खानी करने लड़के आते हैं। कई बार हमने शिकायत भी दर्ज करवाई है, लेकिन इसका कोई कार्रवाई नहीं की गई। इन दोनों बहनों को लॉकडाउन में निकाल दिया गया था। इन दोनों बहनों को लॉकडाउन में निकाल दिया गया था और सैलरी भी 3000 रुपये देते थे। और जब हम इन्होंने आवाज़ उठाई तो इनको दबा दिया गया। ये शुभप्रीत है, पंजाब से ओटी असिस्टेंट है। ये मंजू है। हमारे कमरे के अंदर पकड़ी इसको रिकॉर्ड करके। मेरे बेड के नीचे आज एक चिप मिली है जो गैर कानूनी है एक तरह की। हमारे कमरों में आके हमारे रिकॉर्डर भेजे जाते हैं, कैमरे लगाए जाते हैं। वॉशरूम में भी पहले कई बार कैमरे लगे हैं। 15 जुलाई की रात को मैं और ये रूममेट है शुभप्रीत, और ये रूममेट है, हम दोनों हमारे उसके अंदर कमरे में आए गए हैं। कमरे में आने के बाद रात को हमारे जब कमरे में कोई आया है, जब हमने वहाँ जांच की उस टाइम उन्होंने बोला कि कैमरे ख़राब है, हम जांच नहीं कर सकते। आए दिन हमारे साथ छेड़खानियाँ होती है, बदतमीजियाँ होती है। मेल स्टाफ हमें टॉर्चर करता है और फीमेल स्टाफ सीनियर वीरपाल दी हमें आके कमरों में धमकाती है। हमसे जो हमारी ड्यूटी नहीं है हमसे वो भी ड्यूटियाँ करवाती हैं, सफाई करवाती है और हमें टॉर्चर करता है। लॉकडाउन में इन दोनों को घर से हॉस्पिटल से घर भेजा गया था। जब कार्रवाई की
तो हम सबसे स्टाम्प लिखवाए गए, सबसे स्टाम्प लिखवाए गए थे, लिखवाए गए थे, वो भी सबसे स्टाम्प लिखवाए गए जबरदस्ती। कुछ नहीं लिखा हुआ था, उसके बाद खाली मैटर, खाली स्टाम्प थे, उसके बाद मैटर लिखा गया है, लिखवाया गया था स्टाम्प, स्टाम्प लिखवाया गया लिखवाया गया था, स्टाम्प लिखवाया गया था, स्टाम्प लिखवाए गए थे, सबसे स्टाम्प पूरे हॉस्पिटल से स्टाम्प लिखाए गए हैं। अब आप हमारे रूम में देख लो, बेड के नीचे चिप मिली है। हमारे वॉशरूम में भी एक पहले थी जिसकी हमने हटा दी, और इन्होंने इनको कार्रवाई का बोला था लेकिन कार्रवाई हुई नहीं। फ्रंट कैमरा करो, फ्रंट कैमरा करो, कैमरा फ्रंट करो, वो करो दूसरे वाला। फ्रंट में आपको दिखाएंगे चिप। हम चारों स्टाफ है, देख लो, पंचो है, हम पंचो स्टाफ है, मंजू, हम सबको टॉर्चर किया जाता है। शास्त्राम जी सार्वजनिक हॉस्पिटल, यहाँ पे विक्रमजीत सिंह हिंसा है, गुलशन मोडिया जो ये काम करता है, सुरिंदर है, राजिंदर है और वीरपाल है। पलटो, बेड पलटो, बेड पलटो। ये देखिए चिप लगाई गई है, ये देखिए, ये लगी हुई चिप है बेड के नीचे। ये हमारा रूम है, हमारे कमरे हैं। बेड बेड पलट दे, बेड पलट दे। ये देखिए चिप लगाई गई है हमारे कमरों के अंदर। ऐसे गैरकानूनी काम करते हैं यहाँ पे, और हमें धमका के रखा जाता है वरना जॉब से निकाल देंगे। चल रही है, अभी भी चल रही है। हमें धमकाएंगे, हमें मारपीट भी करने आएंगे, हमसे वीडियो भी डिलीट करवाएंगे ये गुंडे। हमें इंसाफ चाहिए। ਸਾਡੇ ਨਾਲ ਇਹ ਗਲਤ ਕੀਤਾ ਜਾ ਰਿਹਾ। ਸਾਡੇ ਰੂਮਾਂ 'ਚ, ਸਾਡੇ ਪਰਸਨਲ ਰੂਮਾਂ ਵਿੱਚ ਆ ਕੇ ਚੀਜ਼ਾਂ ਨੂੰ ਚੈੱਕ ਨਹੀਂ ਕੀਤੀ ਜਾ ਰਹੀ ਹੈ। ਅਸੀਂ ਕੁੜੀਆਂ ਹੈ, ਸਾਨੂੰ ਕੁਝ ਵੀ ਕੱਲ੍ਹ ਨੂੰ ਹੋ ਸਕਦਾ ਹੈ। ਉਹਦੇ ਜ਼ਿੰਮੇਵਾਰ ਇਹ ਹੋਣਗੇ ਵਿਕਰਮ, ਰਜਿੰਦਰ, ਸੁਰਿੰਦਰ और वीरपाल ਤੇ ਪਲੱਸ ਰਿੰਕੂ मैनेजमेंट। तेरे साथ छिंदे ने क्या बदतमीजी की थी? सत श्री अकाल जी, मेरा नाम गुरजीत सिंह है एंड वी आर लोकेटेड इन खान मार्केट दिल्ली। We are a high-end electronic gadget store with IT and surveillance. We have a team of 35 dedicated people and we are authorized for more than 60 international brands, which includes Nespresso, Dyson, Deviale, Bose, Apple, Blue Air, Honeywell, to name few of our customers. Big corporate houses, business people, industrialists, politicians, they are all our customers. ਸਾਡੇ ਕੋਲ 5000 ਤੋਂ ਜ਼ਿਆਦਾ ਸੈਟੀਸਫਾਈਡ ਕਸਟਮਰਸ ਹੈਗੇ ਨੇ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਮੈਂ ਔਰ ਮੇਰੀ ਟੀਮ ਇਹਨਾਂ ਸਾਰਿਆਂ ਨੂੰ ਬਹੁਤ ਹੀ ਵਧੀਆ ਇੰਡੀਆ ਦੇ ਅੰਦਰ ਬੈਸਟ ਟੂ ਬੈਸਟ ਪ੍ਰੋਡਕਟਸ ਔਰ ਬੈਸਟ ਟੂ ਬੈਸਟ ਸਰਵਿਸਿਜ਼ ਪ੍ਰੋਵਾਈਡ ਕਰ ਸਕੀਏ। ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।